ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PSTET, CTET, ਮਾਸਟਰ ਕੇਡਰ, NTT ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੀ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਉਮੀਦ ਕਰਦਾ ਹਾਂ ਕਿ ਇਸ ਚੈਨਲ 'ਤੇ ਪਾਈਆਂ ਜਾਣ ਵਾਲੀਆਂ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਰਹਿੰਦੀਆਂ ਹੋਣਗੀਆਂ, ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੋਊਗਾ। ਸੋ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਬਾਕੀ ਦੇ ਫਰੈਂਡਸ ਤੱਕ ਇਹ ਵਾਲੀਆਂ ਵੀਡੀਓਜ਼ ਪਹੁੰਚ ਸਕਣ। ਸੋ ਅੱਜ ਇਸ ਟੌਪਿਕ ਦੇ ਵਿੱਚ ਅਸੀਂ ਗੱਲ ਕਰਾਂਗੇ ਕਿੱਸਾ ਕਵੀ ਦੀ। ਸੋ ਕਿੱਸਾ ਕਵੀ ਦਾ ਸੈਕੰਡ ਪਹਿਲਾਂ ਅਸੀਂ ਵਾਰਿਸ ਸ਼ਾਹ ਜਿਹੜਾ ਉਹ ਕਰ ਲਿਆ ਸੀ, ਉਸ ਤੋਂ ਬਾਅਦ ਹਾਸ਼ਮ ਸ਼ਾਹ ਜਿਹੜਾ ਹੈ ਉਹਨਾਂ ਨੂੰ ਅੱਜ ਅਸੀਂ ਡਿਸਕਸ ਕਰਾਂਗੇ। ਸੋ ਕਾਫੀ ਇੰਪੋਰਟੈਂਟ ਇਹ ਟੌਪਿਕ ਨੇਗੇ, ਇਹ ਤੁਹਾਨੂੰ ਮਾਸਟਰ ਕੇਡਰ ਪੰਜਾਬੀ ਅਤੇ NTA NET ਪੰਜਾਬੀ ਦੇ ਲਈ ਜਿਹੜਾ ਹੈਲਪਫੁਲ ਰਹੂਗਾ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਅਤੇ ਗਰੁੱਪ ਜਿਹੜਾ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਓਕੇ, ਸੋ ਇੱਕ ਆਪਾਂ ਨਵਾਂ ਜਿਹੜਾ ਪੈਟਰਨ ਸ਼ੁਰੂ ਕੀਤਾ ਹੈ, ਜਿਸ ਦੇ ਵਿੱਚ ਆਪਾਂ ਪਹਿਲਾਂ ਸਾਰੀਆਂ ਜਿਹੜੀਆਂ ਥਿਊਰੀਜ਼ ਉਹ ਕੰਪਲੀਟ ਕਰਾਂਗੇ। ਇਸ ਤੋਂ ਬਾਅਦ ਜਿਹੜੇ MCQ ਸ਼ੁਰੂ ਕਰਾਂਗੇ। ਸੋ ਇਹ MCQ ਲਾਈਵ ਰਹਿਣਗੇ, ਥਿਊਰੀਜ਼ ਜਿਹੜੀਆਂ ਨੇ ਉਹ ਆਫਲਾਈਨ ਰਹਿਣਗੀਆਂ ਔਰ ਤੁਸੀਂ ਇਸ ਦੇ ਨਾਲ ਜੁੜੇ ਰਹਿਣਾ, ਕਿਉਂਕਿ ਡੇਲੀ ਦੀ ਡੇਲੀ ਤੁਹਾਨੂੰ ਹੈ ਨਾ ਸਾਰੀਆਂ ਵੀਡੀਓਜ਼ ਉਹ ਮਿਲਦੀਆਂ ਰਹਿਣਗੀਆਂ। ਬਟ MCQ ਜਿਹੜੇ ਉਹ ਆਪਾਂ ਲਾਈਵ ਕਰਾਂਗੇ, ਸਾਰਾ ਸਿਲੇਬਸ ਕੰਪਲੀਟ ਹੋ ਜਾਊਗਾ ਜਦ, ਉਸ ਤੋਂ ਬਾਅਦ MCQ ਜਿਹੜੇ ਆਪਾਂ ਸ਼ੁਰੂ ਕਰ ਲਵਾਂਗੇ ਤਾਂ ਕਿ ਤੁਸੀਂ ਜਿਹੜੀ ਬਿਹਤਰ ਪ੍ਰੈਕਟਿਸ ਜਿਹੜੀ ਉਹ ਕਰ ਸਕੋ। ਸੋ ਇਸ ਤਰੀਕੇ ਦੇ ਨਾਲ ਆਪਣੇ ਹੈ ਨਾ ਟਾਈਮ ਟੇਬਲ ਜਿਹੜਾ ਉਹ ਸਹੀ ਨਹੀਂ ਪੈਂਦਾ, ਜਿਹਦੇ ਕਾਰਨ ਕੀ ਹੈ ਕਿ ਕਦੇ ਆਪਾਂ ਹੁਣ ਲਾਈਵ ਲਗਾਵਾਂਗੇ, ਕਦੇ ਆਫਲਾਈਨ ਲਵਾਂਗੇ ਤਾਂ ਉਹ ਮਤਲਬ ਕਲਾਸ ਦਾ ਜਿਹੜਾ ਸਿਸਟਮ ਨਹੀਂ ਬਣਨਾ। ਸੋ ਇਸ ਕਰਕੇ ਪਹਿਲਾਂ ਆਪਾਂ ਸਾਰੀ ਥਿਊਰੀ ਹੀ ਕੰਪਲੀਟ ਕਰ ਲੈਂਦੇ ਹਾਂ, ਉਸ ਤੋਂ ਬਾਅਦ ਜਿਹੜੇ ਉਸ 'ਤੇ MCQ ਆਪਾਂ ਡਿਸਕਸ ਕਰ ਲਵਾਂਗੇ। ਓਕੇ, ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਸੈਸ਼ਨ। ਸੋ ਹਾਸ਼ਮ ਸ਼ਾਹ ਜਿਹੜਾ ਹੈਗਾ ਗਾ, ਸੋ ਇੱਕ ਕਿੱਸਾ ਕਾਵੀ ਹੈ। ਸੋ ਕਾਫੀ ਸਾਰੀ ਜਿਹੜੀ ਇਨਫੋਰਮੇਸ਼ਨ ਇਸ ਦੇ ਨਾਲ ਰਿਲੇਟਡ ਇਸ ਟੌਪਿਕ ਦੇ ਵਿੱਚ ਐਡ ਕੀਤੀ ਗਈ ਹੈ। ਸੋ ਸੱਯਦ ਹਾਸ਼ਮ ਸ਼ਾਹ ਇਹਨਾਂ ਦਾ ਪੂਰਾ ਨਾਮ ਸੀਗਾ ਅਤੇ ਪੰਜਾਬੀ ਸਾਹਿਤ ਦੇ ਸਭ ਤੋਂ ਪ੍ਰਸਿੱਧ ਕਵੀਆਂ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਆਉਂਦਾ ਹੈਗਾ ਗਾ। ਔਰ ਵਾਰਿਸ ਸ਼ਾਹ ਨੇ ਜਿਸ ਤਰ੍ਹਾਂ ਹੀਰ ਦੀ ਰਚਨਾ ਕੀਤੀ ਸੀਗੀ ਔਰ ਫਜ਼ਲ ਨੇ ਜਿਹੜਾ ਹੈ ਸੋਹਣੀ ਦੀ ਰਚਨਾ ਕੀਤੀ ਸੀ ਅਤੇ ਕਾਦਰ ਯਾਰ ਨੇ ਪੂਰਨ ਦਾ ਜਿਹੜਾ ਕਿੱਸਾ ਹੈ ਨਾ ਉਸ ਨੂੰ ਲਿਖਿਆ ਸੀ। ਹਾਸ਼ਮ ਨੇ ਉਸੇ ਤਰੀਕੇ ਦੇ ਨਾਲ ਸੱਸੀ ਜਿਹੜਾ ਕਿੱਸਾ ਸੀਗਾ ਉਸ ਨੂੰ ਲਿਖਿਆ ਸੀ ਔਰ ਜਿਸ ਨੇ ਇਸ ਦੀ ਪੰਜਾਬੀ ਸਾਹਿਤ ਦੇ ਵਿੱਚ ਇੱਕ ਸਦੀਵੀ ਯਾਨੀ ਕਿ ਇੱਕ ਬਹੁਤ ਜ਼ਿਆਦਾ ਮਹੱਤਵਪੂਰਨ ਜਿਹੜੀ ਰਚਨਾ ਹੈ ਉਹ ਕ੍ਰੀਏਟ ਕਰ ਦਿੱਤੀ ਸੀਗੀ, ਜਿਸ ਦਾ ਨਾਮ ਸੱਸੀ ਸੀਗਾ। ਸੋ ਇਹ ਹਾਸ਼ਮ ਸ਼ਾਹ ਦੇ ਦੁਆਰਾ ਲਿਖੀ ਗਈ ਸੀ, ਜੋ ਕਿ ਪੂਰੀ ਦੀ ਪੂਰੀ ਸਾਰੇ ਪੰਜਾਬ ਦੇ ਵਿੱਚ ਇੱਕ ਪ੍ਰਸਿੱਧ ਰਚਨਾ ਮੰਨੀ ਗਈ ਹੈਗੀ। ਸੋ ਇਸੇ ਲਈ ਪੰਜਾਬੀ ਕਿੱਸਾਕਾਰ ਹਾਸ਼ਮ ਸ਼ਾਹ ਦਾ ਬਹੁਤ ਜ਼ਿਆਦਾ ਉੱਚਾ ਜਿਹੜਾ ਸਥਾਨ ਆ ਜਾਂਦਾ ਹੈ, ਮਤਲਬ ਕਿ ਕਿੱਸਾਕਾਰਾਂ ਦੇ ਵਿੱਚ ਇਸ ਦਾ ਨਾਮ ਜਿਹੜਾ ਹੈ ਉਹ ਸਭ ਤੋਂ ਉੱਪਰ ਆ ਜਾਂਦਾ ਹੈ। ਜਿਸ ਤਰ੍ਹਾਂ ਵਾਰਿਸ ਨੇ ਹੀਰ ਦੀ ਰਚਨਾ ਕੀਤੀ, ਫਜ਼ਲ ਨੇ ਸੋਹਣੀ ਦੀ, ਕਾਦਰ ਯਾਰ ਨੇ ਪੂਰਨ ਦੀ, ਉਸੇ ਤਰੀਕੇ ਨਾਲ ਹਾਸ਼ਮ ਨੇ ਸੱਸੀ ਦੀ ਰਚਨਾ ਕਰਕੇ ਆਪਣੀ ਪਹਿਚਾਣ ਜਿਹੜੀ ਹੈ ਉਹ ਅਲੱਗ ਤੋਂ ਇੱਕ ਕਾਵਿ ਦੇ ਵਿੱਚ, ਕਿੱਸਾ ਕਾਵਿਆਂ ਦੇ ਵਿੱਚ ਜਿਹੜੀ ਆ ਉਹ ਬਣਾ ਲੈਤੀ ਸੀਗੀ। ਸੋ ਡਾਕਟਰ ਮੋਹਨ ਸਿੰਘ ਜਿਹੜੇ ਹਾਸ਼ਮ ਦੇ ਬਾਰੇ ਕਹਿੰਦੇ ਹੈਗੇ ਨੇ ਦੋੜਿਆਂ ਦੇ ਕਾਰਨ ਉਹਨਾਂ ਨੂੰ ਪੰਜਾਬੀ ਦਾ ਉਮਰ ਖਿਆਮ ਜਿਹੜਾ ਉਹ ਮੰਨਦੇ ਹੈਗੇ ਨੇ। ਇੰਪੋਰਟੈਂਟ ਹੈ ਕਿ ਉਮਰ ਖਿਆਮ ਜਿਹੜਾ ਉਹ ਕੌਣ ਮੰਨਦਾ ਹੈਗਾ ਗਾ, ਹਾਸ਼ਮ ਸ਼ਾਹ ਨੂੰ ਡਾਕਟਰ ਮੋਹਨ ਸਿੰਘ ਜਿਹੜੇ ਹੈਗੇ ਨੇ ਉਹ ਇਸ ਨੂੰ ਉਮਰ ਖਿਆਮ ਮੰਨਦੇ ਹੈਗੇ ਨੇ। ਔਰ ਡਾਕਟਰ ਹਰਨਾਮ ਸਿੰਘ ਸਾਨ ਜਿਹੜੇ ਦੇ ਉਹਨਾਂ ਦੇ ਸ਼ਬਦਾਂ ਦੇ ਵਿੱਚ ਪੰਜਾਬੀ ਸਾਹਿਤ ਦਾ ਗਗਨ ਦਾ ਸੂਰਜ ਜਿਹੜਾ ਉਹ ਵਾਰਿਸ ਹੈ ਅਤੇ ਚੰਨ ਹੋਣ ਦਾ ਮਾਣ ਜਿਹੜਾ ਉਹ ਹਾਸ਼ਮ ਨੂੰ ਹਾਸਲ ਹੈਗਾ, ਯਾਨੀ ਕਿ ਇੰਨੇ ਪ੍ਰਸਿੱਧ ਨੇ। ਜਿਸ ਤਰ੍ਹਾਂ ਜਿਹੜਾ ਗਗਨ ਦਾ ਸੂਰਜ ਹੈ ਨਾ ਵਾਰਿਸ ਨੂੰ ਮੰਨਿਆ ਜਾਂਦਾ, ਉਸੇ ਤਰੀਕੇ ਦੇ ਨਾਲ ਸੂਰਜ ਦੇ ਮੁਕਾਬਲੇ ਜਿਹੜਾ ਕਹਿੰਦੇ ਚੰਦ ਦਾ ਮੁਕਾਬਲਾ ਜਿਹੜਾ ਕਹਿ ਸਕਦੇ ਨਾ ਕੀਤਾ ਜਾਂਦਾ ਹੈ ਹਾਸ਼ਮ ਸ਼ਾਹ ਦੇ ਨਾਲ। ਓਕੇ, ਨੈਕਸਟ ਹੈ ਸੋ ਹਾਸ਼ਮ ਸ਼ਾਹ ਦਾ ਜਨਮ ਨੂੰ ਲੈ ਕੇ। ਸੋ 1753 ਤੋਂ ਲੈ ਕੇ 1823 ਤੱਕ ਜਿਹੜਾ ਰਹੇ ਸੀਗੇ। ਅਸਲ ਦੇ ਵਿੱਚ ਇਹਨਾਂ ਦੀ ਜਨਮ ਤਿਥੀ ਜਿਹੜੀ ਹੈ ਉਹ ਕਿਸੇ ਨੂੰ ਵੀ ਨਹੀਂ ਪਤਾ। ਸੋ ਸਾਰਿਆਂ ਨੇ ਅਲੱਗ-ਅਲੱਗ ਦੱਸੀ ਹੋਈ ਹੈ ਨਾ। ਸੋ ਬਟ ਇਹ ਸਾਹਿਤਕ ਦ੍ਰਿਸ਼ਟੀਕੋਣ ਪੁਸਤਕ ਦੇ ਅਕੋਰਡਿੰਗ ਹੈ 1753 ਤੋਂ ਲੈ ਕੇ 1823 ਤੱਕ ਦੇ ਜਿਹੜਾ ਰਹੇਗੇ ਸੀ, ਬਟ ਅਲੱਗ-ਅਲੱਗ ਨੇ ਜਿਹੜਾ ਹੈ ਅਲੱਗ-ਅਲੱਗ ਦੱਸੇ ਹੋਏ ਹੈਗੇ ਨਾ। ਸੋ ਜਨਮ ਸਥਾਨ ਦੇ ਪ੍ਰਤੀ ਵੀ ਉਹਨਾਂ ਦੇ ਮਤਭੇਦ ਨੇ। ਸਾਹਿਤਕ ਦ੍ਰਿਸ਼ਟੀਕੋਣ ਪੁਸਤਕ ਦੇ ਅਕੋਰਡਿੰਗ ਜਿਹੜਾ ਹੈ ਉਹ ਜਗਦਿਓ, ਠੀਕ ਹੈ। ਸੋ ਜਗਦਿਓ ਜਿਹੜਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ, ਉਸ ਸਥਾਨ ਵਿਖੇ ਉਹਨਾਂ ਦਾ ਜਿਹੜਾ ਜਨਮ ਹੋਇਆ ਹੈ ਹਾਸ਼ਮ ਸ਼ਾਹ ਦਾ। ਸੋ ਪਿਤਾ ਦਾ ਨਾਮ ਜਿਹੜਾ ਉਹ ਕਾਸਮ ਸ਼ਾਹ ਉਹਨਾਂ ਦੇ ਹੈਗਾ ਸੀਗਾ ਅਤੇ 18ਵੀਂ ਸਦੀ ਦੇ ਕਵੀਆਂ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਹੈ ਉਹ ਗਿਣਿਆ ਜਾਂਦਾ ਹੈ, ਯਾਨੀ ਕਿ 18ਵੀਂ ਸਦੀ ਦੇ ਕਵੀ ਮੰਨਿਆ ਜਾਂਦਾ ਹੈ। ਠੀਕ ਹੈ, ਇਹ ਇੰਪੋਰਟੈਂਟ ਹੈ। ਔਰ ਇਸ ਤੋਂ ਇਲਾਵਾ ਉਹ ਤੀਜੇ ਦੌਰ ਦੇ ਕਵੀ ਮੰਨੇ ਜਾਂਦੇ ਹੈ ਕਿੱਸਾਕਾਰ ਦੇ ਵਿੱਚ। ਠੀਕ ਹੈ, ਤੀਜੇ ਦੌਰ ਦੇ ਇਹ ਵੀ ਯਾਦ ਰੱਖਣਾ, ਕਈ ਵਾਰ ਦੌਰ ਵੀ ਪੁੱਛ ਲੈਂਦੇ ਕਿ ਕਿਹੜੇ ਦੌਰ ਦੇ ਨੇ, ਤਾਂ ਤੀਜੇ ਦੌਰ ਦੇ ਨੇ। ਔਰ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਕਵੀ ਦੇ ਰੂਪ ਦੇ ਵਿੱਚ ਉਹਨਾਂ ਨੇ ਭੂਮਿਕਾ ਨਿਭਾਈ ਹੈ। ਬਟ ਬਹੁਤ ਸਾਰੇ ਜਿਹੜੇ ਇਤਿਹਾਸਕਾਰ ਨੇ ਉਸ ਦੇ ਨਾਲ ਸਹਿਮਤ ਨਹੀਂ ਹੈ ਕਿ ਉਹ ਦਰਬਾਰ ਦੇ ਵਿੱਚ ਕਵੀ ਰਹੇ ਨੇ। ਬਟ ਸਾਹਿਤਕ ਦ੍ਰਿਸ਼ਟੀਕੋਣ ਦੇ ਅਕੋਰਡਿੰਗ ਹੈ ਕਿ ਇਹ ਜਿਹੜੇ
ਹਾਸ਼ਮ ਸ਼ਾਹ ਸੀਗੇ ਕਿੱਸਾ ਕਵੀ। ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਦੇ ਵਿੱਚ ਕੰਮ ਜਿਹੜਾ ਕਰਦੇ ਸੀਗੇ ਐਜ਼ ਏ ਕਵੀ ਦੇ ਤੌਰ ਦੇ ਉੱਪਰ। ਸੋ ਬਾਬਾ ਬੁੱਧ ਸਿੰਘ ਦੇ ਅਨੁਸਾਰ ਉਹਨਾਂ ਨੇ ਹਾਸ਼ਮ ਨੇ ਸੱਸੀ ਕਾਦੀ ਆਖੀ ਘਰ ਘਰ ਬਿਰਹਾ ਦਾ ਮੁਹਾਤਾ ਲਾ ਦਿੱਤਾ। ਸੋ ਬਾਬਾ ਬੁੱਧ ਸਿੰਘ ਜਿਹੜੇ ਉਹਨਾਂ ਦੇ ਬਾਰੇ ਕਹਿੰਦੇ ਨੇ ਕਿ ਕਈ ਵਾਰ ਇਹ ਲਾਈਨ ਆ ਜਾਂਦੀ ਹੈ ਕਿ ਇਹ ਲਾਈਨ ਕਿਸ ਦੀ ਲਿਖੀ ਹੋਈ ਹੈ, ਤਾਂ ਇਹ ਬਾਬਾ ਬੁੱਧ ਸਿੰਘ ਦੀ ਲਿਖੀ ਹੋਈ ਹੈ, ਜੋ ਕਿ ਹਾਸ਼ਮ ਸ਼ਾਹ ਨੂੰ ਜਿਹੜਾ ਪ੍ਰੈਜ਼ੈਂਟ ਕਰਦੀ ਹੈ ਨਾ। ਸੋ ਉਸ ਦੀ ਜਿਹੜੀ ਸੱਸੀ ਹੈ ਮਤਲਬ ਕਿ ਸਾਰੇ ਘਰ ਤੱਕ ਪਹੁੰਚਾ ਦਿੱਤੀ ਸੀ, ਉਸ ਦਾ ਦੁੱਖ ਜਿਹੜਾ ਹੈ ਉਹ ਪਹੁੰਚਾ ਦਿੱਤਾ ਸੀਗਾ ਸਾਰਿਆਂ ਤੱਕ ਹੈ ਨਾ। ਹਾਸ਼ਮ ਦੀ ਜਿਹੜੀ ਪ੍ਰਸਿੱਧੀ ਹੈ ਉਹ ਸੱਸੀ ਪੁੰਨੂ ਦਾ ਜਿਹੜਾ ਕਿੱਸਾ ਲਿਖਿਆ ਸੀ ਉਸ ਕਰਕੇ ਹੋਈ ਸੀਗੀ। ਸੋ ਉਹਦੀ ਪਹਿਚਾਣ ਜਿਹੜੀ ਹੈ ਹਾਸ਼ਮ ਸ਼ਾਹ ਦੀ ਸੱਸੀ ਪੁੰਨੂ ਦਾ ਜਿਹੜਾ ਕਿੱਸਾ ਸੀ ਉਸ ਦੇ ਕਾਰਨ ਜ਼ਿਆਦਾ ਫੇਮਸ ਹੋਇਆ ਸੀ। ਹਾਲਾਂਕਿ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਸੀ, ਬਟ ਇਸ ਦੀ ਪ੍ਰਮੁੱਖ ਸਥਾਨ ਜਿਹੜਾ ਹੈ ਨਾ ਇਸ ਰਚਨਾ ਦਾ ਰਿਹਾ ਸੀਗਾ, ਜਿਹਦੇ ਕਾਰਨ ਕਰਕੇ ਉਹਨਾਂ ਨੂੰ ਪ੍ਰਸਿੱਧੀ ਮਿਲੀ ਸੀਗੀ। ਸੱਸੀ ਪੁੰਨੂ ਦਾ ਜਿਹੜਾ ਕਹਿ ਸਕਦੇ ਹਾਂ ਕਿ ਹੈ ਨਾ 126 ਜਿਹੜੇ ਬੰਦ ਵਾਲਾ ਇੱਕ ਕਿੱਸਾ, ਜਿਸ ਨੂੰ ਦਵਈਆ ਛੰਦ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਲਿਖਿਆ ਗਿਆ ਹੈ। ਸੱਸੀ ਪੁੰਨੂ ਦਾ ਜਿਹੜਾ ਕਿੱਸਾ ਹੈ ਇਹ 126 ਬੰਦ ਦੇ ਵਿੱਚ ਲਿਖਿਆ ਗਿਆ ਹੈ, ਅਤੇ ਦਵਈਆ ਛੰਦ ਦੇ ਵਿੱਚ ਇਸ ਨੂੰ ਸੰਖੇਪ ਰੂਪ ਦੇ ਵਿੱਚ ਲਿਖਿਆ ਗਿਆ। ਸੋ ਇਸ ਚੀਜ਼ ਨੂੰ ਵੀ ਯਾਦ ਰੱਖਣਾ ਹੈ। ਓਕੇ, ਸੋ ਇਸ ਤੋਂ ਬਾਅਦ ਹੈ ਨਾ ਕੁਛ ਜਿਹੜੀਆਂ ਅਲੱਗ-ਅਲੱਗ ਡੇਟਸ ਜਿਹੜੀਆਂ ਉਹ ਫਿਕਸ ਕੀਤੀਆਂ ਹੋਈਆਂ ਨੇ। ਸੋ ਕੁਛ ਮੈਂ ਐਡ ਕੀਤੇ ਨੇ, ਕੁਛ ਤੁਹਾਨੂੰ ਨਾ ਨੈਟ ਦੇ ਉੱਪਰ ਵੀ ਮਿਲ ਜਾਣਗੇ, ਕੁਛ ਤੁਸੀਂ ਹੋਰ ਬੁੱਕਸ ਦੇ ਵਿੱਚੋਂ ਵੀ ਕਲੈਕਟ ਕਰ ਸਕਦੇ ਹੋ। ਬਟ ਸਾਹਿਤਕ ਦ੍ਰਿਸ਼ਟੀਕੋਣ ਦੇ ਅਕੋਰਡਿੰਗ ਜਿਹੜਾ ਹੈ ਨਾ 1735 ਮੈਂ ਦੱਸਿਆ ਸੀ ਉਸ ਤਰੀਕੇ ਨਾਲ ਹੈ। ਸੌਰੀ ਲਾਸਟ ਹੈ ਓਕੇ 1753 ਹੈ ਨਾ। ਸੋ ਡਾਕਟਰ ਹਰਮਾਨ ਸਿੰਘ ਦੇ ਅਨੁਸਾਰ ਉਹਨਾਂ ਨੇ ਹੈ ਨਾ ਮਤਲਬ ਇਸ ਦੀ ਖੋਜ ਪੜਤਾਲ ਕੀਤੀ ਕਿ ਹਾਸ਼ਮ ਸ਼ਾਹ ਦਾ ਜਿਹੜਾ ਹੈ ਉਹ ਜਨਮ ਸਥਾਨ ਕਿਹੜਾ ਸੀ ਅਤੇ ਕਿੱਥੇ ਉਹਨਾਂ ਦਾ ਜਨਮ ਹੋਇਆ ਸੀ ਅਤੇ ਕਦੋਂ ਉਹਨਾਂ ਦਾ ਜਨਮ ਹੋਇਆ ਸੀ। ਤਾਂ ਉਹਨਾਂ ਦੇ ਅਕੋਰਡਿੰਗ ਜਿਹੜਾ ਹੈ ਹਾਸ਼ਮ ਸ਼ਾਹ ਦਾ ਜਨਮ ਉਹ ਮਦੀਨੇ ਦੇ ਵਿੱਚ ਅਰਬ ਵਿਖੇ ਹੁੰਦਾ ਹੈਗਾ ਅਤੇ 1735 ਦੇ ਵਿੱਚ ਉਹਨਾਂ ਦਾ ਜਨਮ ਜਿਹੜਾ ਹੋਇਆ ਮੰਨਿਆ ਜਾਂਦਾ ਹੈ। ਅਤੇ ਹਾਜੀ ਮੁਹੰਮਦ ਸ਼ਰੀਫ ਦੇ ਘਰ ਕੁਰੈਸ਼ੀ ਦੇ ਘਰ ਉਹਨਾਂ ਦਾ ਜਿਹੜਾ ਹੈ ਜਨਮ ਹੁੰਦਾ ਹੈ। ਅਤੇ ਇਹ ਸ਼ਰੀਫ ਕੁਰੈਸ਼ੀ ਜਿਹੜਾ ਹੈ ਇਸਲਾਮ ਧਰਮ ਦਾ ਪ੍ਰਚਾਰ ਕਰਨ ਦੇ ਲਈ ਪੰਜਾਬ ਦੇ ਵਿੱਚ ਆਉਂਦਾ ਹੈ ਅਤੇ ਇੱਥੇ ਆ ਕੇ ਜਿਹੜਾ ਉਹ ਫਿਰ ਰਹਿਣਾ ਸ਼ੁਰੂ ਕਰ ਦਿੰਦਾ ਹੈ, ਜੋ ਕਿ ਜਗਦੇਵ ਕਲਾਂ ਜਿਹੜਾ ਕਿ ਪਹਿਲਾਂ ਵਾਲੇ ਆਪਾਂ ਗੱਲ ਕੀਤੀ ਹੈ ਨਾ, ਸੋ ਉਸ ਜਨਮ ਸਥਾਨ ਨੂੰ ਮੰਨਿਆ ਗਿਆ ਹੈ। ਸੋ ਉੱਥੇ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ। ਇਹ ਡਾਕਟਰ ਹਰਨਾਮ ਸਿੰਘ ਸ਼ਾਨ ਦੇ ਅਕੋਰਡਿੰਗ ਹੈਗਾ ਗਾ। ਓਕੇ, ਸੋ ਇਸੇ ਕਾਰਨ ਕਰਕੇ ਕੁਛ ਲੋਕ ਜਿਹੜੇ ਹੈ ਇਸ ਨੂੰ ਇਸ ਦਾ ਜਨਮ ਸਥਾਨ ਵੀ ਜਿਹੜਾ ਉਹ ਮੰਨਦੇ ਹੈਗੇ ਨੇ, ਔਰ ਡਾਕਟਰ ਹਰਨਾਮ ਸਿੰਘ ਦੇ ਅਕੋਰਡਿੰਗ ਮਦੀਨਾ ਉਹਨਾਂ ਦਾ ਜਿਹੜਾ ਜਨਮ ਸਥਾਨ ਉਹ ਮੰਨਿਆ ਜਾਂਦਾ ਹੈ। ਸੋ ਹਾਸ਼ਮ ਨੇ ਜਿਹੜੀ ਹੈ ਆਪਣੀ ਮੁੱਢਲੀ ਸਿੱਖਿਆ ਸੀਗੀ ਉਹ ਆਪਣੇ ਪਿਤਾ ਦੇ ਕੋਲੋਂ ਹੀ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਉਰਦੂ, ਹਿੰਦੀ, ਫਾਰਸੀ, ਅਰਬੀ, ਜੋਤਿਸ਼, ਹਿਕਮਤ ਅਤੇ ਪਿੰਗਲ ਦੀ ਜਿਹੜੀ ਐਜੂਕੇਸ਼ਨ ਹੈ ਉਹ ਵੀ ਲੈਤੀ ਸੀਗੀ ਅਲੱਗ-ਅਲੱਗ ਇਲਾਕੇ ਦੇ ਨਾਲੋਂ ਹੈ ਨਾ। ਸੋ ਅਲੱਗ-ਅਲੱਗ ਵਿਅਕਤੀਆਂ ਦੇ ਕੋਲੋਂ, ਬਟ ਜਿਹੜੀ ਮੁੱਢਲੀ ਜਿਹੜੀ ਸ਼ੁਰੂਆਤੀ ਐਜੂਕੇਸ਼ਨ ਸੀਗੀ ਉਹ ਉਹਨਾਂ ਨੇ ਆਪਣੇ ਪਿਤਾ ਦੇ ਕੋਲੋਂ ਲੈਤੀ ਸੀਗੀ। ਔਰ ਉਹਨਾਂ ਦੀ ਸ਼ਾਦੀ ਸੀਗੀ ਜਿਹੜੀ ਵਿਆਹ ਸੀਗਾ ਜਿਹੜਾ ਉਹ ਮਾਈ ਸਾਹਿਬਾ ਦੇ ਨਾਲ ਹੋਇਆ ਸੀ ਅਤੇ 2 ਲੜਕੇ ਜਿਹੜੇ ਹੈ ਉਹਨਾਂ ਦੇ ਘਰ ਉਹ ਪੈਦਾ ਹੋਏ ਸੀਗੇ। ਔਰ ਇਹਨਾਂ ਦਾ ਖਾਨਦਾਨ ਜਿਹੜਾ ਹੈ ਉਹ ਵਰਤਮਾਨ ਸਮੇਂ ਸਿਆਲਕੋਟ ਦੇ ਨੇੜੇ ਨਾਰੋਵਾਲ ਅਤੇ ਲਾਹੌਰ ਦੇ ਵਿੱਚ ਵਸਦਾ ਹੈ। ਮੀਨਸ ਕਿ ਅੱਜ ਵੀ ਜਿਹੜੀ ਇਹਨਾਂ ਦੀਆਂ ਪੁਸ਼ਤਾਂ ਜਿਹੜੀਆਂ ਪੀੜ੍ਹੀਆਂ ਨੇ ਉਹ ਹੈਗੀਆਂ ਨੇ ਅਤੇ ਲਾਹੌਰ ਅਤੇ ਨਾਰੋਵਾਲ ਦੇ ਵਿੱਚ ਵਸਦੀਆਂ ਨੇ, ਜੋ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਸਥਿਤ ਹੈਗਾ ਗਾ। ਓਕੇ, ਸੋ ਹਾਸ਼ਮ ਦਾ ਪਿਤਾ ਜਿਹੜਾ ਹਿਕਮਤ ਕਰਨ ਵਾਲੇ ਫਕੀਰ ਪੁਰਸ਼ ਸਨ, ਯਾਨੀ ਕਿ ਹੈ ਨਾ ਇੱਕ ਫਕੀਰ ਰੂਪ ਦੇ ਵਿੱਚ ਸੀਗੇ। ਔਰ ਇਸ ਲਈ ਉਹ ਪੀਰ ਹਾਸ਼ਮ ਇਸ ਲਈ ਕਹਿ ਸਕਦੇ ਹਨ ਉਹਨਾਂ ਨੂੰ ਪੀਰ ਹਾਸ਼ਮ ਜਾਂ ਫਕੀਰ ਹਾਸ਼ਮ ਦੇ ਨਾਮ ਨਾਲ ਵੀ ਜਿਹੜਾ ਜਾਣਿਆ ਜਾਂਦਾ ਹੈ ਹਾਸ਼ਮ ਸ਼ਾਹ ਨੂੰ। ਓਕੇ, ਔਰ ਉਹਨਾਂ ਦੀ ਮੌਤ ਜਿਹੜੀ ਹੈ ਉਹ 1843 ਦੇ ਵਿੱਚ ਜਗਦੇਵ ਕਲਾਂ ਦੇ ਵਿੱਚ ਹੋਈ ਮੰਨੀ ਜਾਂਦੀ ਹੈਗੀ ਆ। ਸੋ ਇਹ ਡਾਕਟਰ ਜਿਹੜਾ ਲਾਸਟ ਵਾਲ ਦੀ ਗੱਲ ਕੀਤੀ ਸੀ ਆਪਾਂ ਉਹਨਾਂ ਦੇ ਅਕੋਰਡਿੰਗ ਹੈਗਾ। ਠੀਕ ਹੈ, ਸੋ ਉਹਨਾਂ ਦੀ ਵਸੀਅਤ ਜਿਹੜੀ ਹੈ ਉਹਨਾਂ ਦੀ ਵਸੀਅਤ ਦੇ ਅਨੁਸਾਰ ਉਹਨਾਂ ਨੂੰ ਥਾਰਪਾਲ ਦੇ ਵਿੱਚ ਜਿਹੜਾ ਦਫਨਾਇਆ ਗਿਆ ਸੀਗਾ, ਜੋ ਕਿ ਵਰਤਮਾਨ ਸਮੇਂ ਜਿਹੜਾ ਕਹਿ ਸਕਦੇ ਹਾਂ ਉੱਥੇ ਮੇਲਾ ਲੱਗਦਾ ਹੈ ਥਾਰਪਾਲ ਵਿਖੇ, ਜਿਸ ਨੂੰ ਉਰਸ ਦਾ ਮੇਲਾ ਜਿਹੜਾ ਕਿਹਾ ਜਾਂਦਾ ਹੈ। ਸੋ ਹਾਸ਼ਮ ਸ਼ਾਹ ਦੀ ਯਾਦ ਦੇ ਵਿੱਚ ਕਿਹੜਾ ਮੇਲਾ ਲੱਗਦਾ ਹੈ? ਉਰਸ ਦਾ ਮੇਲਾ ਜਿਹੜਾ ਲੱਗਦਾ ਹੈ। ਓਕੇ, ਸੋ ਹਾਸ਼ਮ ਤੋਂ ਪਹਿਲਾਂ ਸੱਸੀ ਲਿਖਣ ਵਾਲਾ ਵਿਅਕਤੀ ਇਹਨਾਂ ਦੇ ਵਿੱਚੋਂ ਹਾਫਿਜ਼ ਬਰਖਦਾਰ ਅਤੇ ਸੁੰਦਰਦਾਸ ਆਰਾਮ ਸੀਗਾ। ਇਸ ਤੋਂ ਬਾਅਦ ਦੋਨਾਂ ਵਿਅਕਤੀਆਂ ਤੋਂ ਬਾਅਦ ਜਿਹੜਾ ਹੈ ਹਾਸ਼ਮ ਸ਼ਾਹ ਨੇ ਸੱਸੀ ਦਾ ਜਿਹੜਾ ਕਿੱਸਾ ਉਹ ਲਿਖਿਆ ਸੀਗਾ। ਓਕੇ, ਸੋ ਕਿੱਸਾ ਹੀਰ ਰਾਂਝੇ ਦੀ ਬਿਰਤੀ ਜਿਹੜੀ ਹੈ ਉਸ ਦੇ ਵਿੱਚ 30 ਬੈਂਤਾਂ ਨੂੰ ਵਿੱਚ ਲਿਖਿਆ ਗਿਆ ਹੈ। ਹੀਰ ਰਾਂਝੇ ਦਾ ਜਿਹੜਾ ਕਿੱਸਾ ਹੈ 30 ਬੈਂਤਾਂ ਦੇ ਵਿੱਚ। ਸੋਹਣੀ ਮਹੀਵਾਲ ਦਾ ਕਿੱਸਾ ਜਿਹੜਾ ਉਹ ਸਭ ਤੋਂ ਪਹਿਲਾਂ ਲਿਖਿਆ ਗਿਆ ਸੀਗਾ ਹਾਸ਼ਮ ਸ਼ਾਹ ਦੇ ਦੁਆਰਾ ਸਭ ਤੋਂ ਪਹਿਲਾਂ। ਇਸ ਕਿੱਸੇ ਨੂੰ ਸਭ ਤੋਂ ਪਹਿਲਾਂ ਲਿਖਣ ਦਾ ਦਾਅਵਾ ਕਰਦਿਆਂ ਹੋਏ ਉਹ ਖੁਦ ਲਿਖਦੇ ਹੈਗੇ ਨੇਗੇ ਹਾਸ਼ਮ ਸ਼ਾਹ ਜੀ ਕਿ ਇੱਕ ਦਿਨ ਸ਼ੌਕ ਸਮੇਂ ਜਗਦਾਈ ਬੈਠਿਆਂ ਵਿੱਚ ਸਿਮਤੀ ਚਾਰ ਦਰਦਮੰਦਾ ਫਰਮਾਇਸ਼ ਨਾਲ ਮੁਹੱਬਤ ਕੀਤੀ ਸੋਹਣੀ ਤੇ ਮਹੀਵਾਲ ਬਣਾਓ ਨਾਲ ਉਹਨਾਂ ਜੋ ਬੀਤੀ ਹਾਸ਼ਮ ਕੌਣ ਥਿਆ ਆਏ ਕਿਸੇ ਨੇ ਜ਼ਾਹਿਰ ਕੀਤੀ। ਸੋ ਇਹ ਉਹਨਾਂ ਨੇ ਖੁਦ ਦੀ ਹੀ ਜਿਹੜੀ ਸਿਫਤ ਕੀਤੀ ਹੈ ਕਿ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਸੋਹਣੀ ਮਹੀਵਾਲ ਦਾ ਜਿਹੜਾ ਹੈ ਨਾ ਨਿਰਮਾਣ ਕੀਤਾ। ਉਹ ਕਿਸੇ ਦਾ ਸਭ ਤੋਂ ਪਹਿਲਾਂ ਹੈ ਨਾ ਇਸਨੇ ਨਿਰਮਾਣ ਕੀਤਾ। ਸੋ ਸ਼੍ਰੀ ਫਰਿਆਦ ਦਾ ਕਿੱਸਾ ਜਿਹੜਾ ਕਿ 2 ਤੁਕੀ ਛੰਦ ਦੇ ਵਿੱਚ ਹੈ, ਉਸ ਦੇ ਕੁੱਲ 513 ਬੰਦ ਜਿਹੜੇ ਹੈਗੇ ਨੇਗੇ, ਜੋ ਕਿ ਸਭ ਤੋਂ ਪਹਿਲਾਂ ਅੱਖਰਬੰਦ ਕੀਤੇ ਗਏ ਸੀਗੇ।
ਸਭ ਤੋਂ ਪਹਿਲਾਂ ਅੱਖਰਬੰਦ ਕੀਤੇ ਗਏ ਸੀਗੇ ਹਾਸ਼ਮ ਸ਼ਾਹ ਦੇ ਦੁਆਰਾ। ਅਤੇ ਸੰਤ ਸਿੰਘ ਸੇਖੋਂ ਜਿਹੜਾ ਹੈ ਹਾਸ਼ਮ ਸ਼ਾਹ ਨੂੰ ਇੱਕ ਉੱਚ ਕੋਟੀ ਦਾ ਕਿੱਸਾਕਾਰ ਜਿਹੜਾ ਮੰਨਦਾ ਹੈ। ਸੋ ਇਸ ਕਿੱਸੇ ਨੂੰ ਜਿਹੜਾ ਕਹਿ ਸਕਦੇ ਹਾਂ ਨਾ ਸ਼ੀਰੀ ਫਰਿਆਦ, ਉਸ ਨੂੰ ਸਭ ਤੋਂ ਉੱਚ ਕੋਟੀ ਦਾ ਕਿੱਸਾ ਮੰਨਦਾ ਹੈ ਸੰਤ ਸਿੰਘ ਸੇਖੋਂ, ਜੋ ਕਿ ਸ਼ੀਰੀ ਫਰਿਆਦ ਕਿੱਸਾ ਲਿਖਿਆ ਗਿਆ ਸੀਗਾ ਹਾਸ਼ਮ ਸ਼ਾਹ ਦੇ ਦੁਆਰਾ। ਸ਼ੀਰੀ ਫਰਿਆਦ ਜਿਹੜਾ ਹੈ ਉਹ ਕਿੱਸਾ ਇਸਤੰਬੁਲ ਸ਼ਹਿਰ, ਜੋ ਕਿ ਸ਼ਹਿਨਸ਼ਾਹ ਅਜ਼ੀਜ਼ ਦੀ ਸ਼ਹਿਜ਼ਾਦੀ ਅਤੇ ਇੱਕ ਗਰੀਬ ਬੁੱਤ ਘੜੇ ਫਰਿਆਦ ਦੀ ਪ੍ਰੇਮ ਕਹਾਣੀ ਹੈ। ਸੋ ਇਸ ਦੇ ਵਿੱਚ ਨਾ ਇਸਤੰਬੁਲ ਸ਼ਹਿਰ ਦਾ ਜਿਹੜਾ ਹੈ ਇਹ ਇੰਪੋਰਟੈਂਟ ਹੈ ਕਿ ਕਿਹੜੇ ਸ਼ਹਿਰ ਦਾ ਜ਼ਿਕਰ ਹੈ, ਇਸਤੰਬੁਲ ਸ਼ਹਿਰ ਜਿਹੜਾ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ। ਹਾਸ਼ਮ ਨੇ ਡਿਊਡੀਆਂ ਵੀ ਲਿਖਿਆ ਹੈ, ਜਿਸ ਦਾ ਹੇਠ ਲਿਖਿਆ ਵਿੱਚ ਹੈ ਨਾ ਨਮੂਨਾ ਉਹਨਾਂ ਨੇ ਦਿੱਤਾ ਹੋਇਆ ਹੈ। ਮੀਨਸ ਕਾਮਲ ਮਾਹੀ ਦਾ ਮੈਨੂੰ ਨਿਤ ਰਹੇ ਜਿਗਰ ਵਿੱਚ ਵਸਦਾ, ਨੂੰ ਰੁਸਦਾ ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦੱਸਦਾ ਉੱਠ ਉੱਠ ਨੱਸਦਾ। ਸੋ ਇਹ ਡਿਊਡਾ ਵੀ ਸੀ ਉਹਨਾਂ ਦਾ ਹੈ ਨਾ। ਸੋ ਇਹ ਡਿਊਡਾ ਜਿਹੜਾ ਹੈ ਜ਼ਿਆਦਾਤਰ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਸੁਣਾਇਆ ਜਾਂਦਾ ਸੀ, ਉਹ ਬਹੁਤ ਸ਼ੌਕੀਨ ਸੀਗੇ ਇਸ ਨੂੰ ਸੁਣਨ ਦੇ, ਇਹ ਮੰਨਿਆ ਜਾਂਦਾ ਹੈ। ਬਟ ਹੁਣ ਦੇ ਜਿਹੜੇ ਹੈ ਨਾ ਪੰਜਾਬੀ ਦੀ ਸਟੱਡੀ ਕਰਦੇ ਹੈਗੇ ਨੇ, ਰਿਸਰਚ ਕਰ ਰਹੇ ਨੇ, ਉਹ ਮੰਨਦੇ ਨਹੀਂ ਹੈ ਕਿ ਇਹ ਦਰਬਾਰੀ ਕਵੀ ਰਹੇ ਹੈਗੇ ਨੇ ਉਹਨਾਂ ਦੇ। ਬਟ ਕਾਫੀ ਸਾਰਿਆਂ ਦੇ ਅਕੋਰਡਿੰਗ ਮੰਨਿਆ ਜਾਂਦਾ ਕਿ ਡਿਊਡਾ ਜਿਹੜਾ ਉਹ ਸੁਣਾਇਆ ਜਾਂਦਾ ਸੀਗਾ ਰਣਜੀਤ ਸਿੰਘ ਨੂੰ। ਠੀਕ ਹੈ, ਕਿਸੇ ਦੋੜੇ ਡਿਊਡਿਆ ਤੋਂ ਇਲਾਵਾ ਇਹਨਾਂ ਨੇ ਗੱਜੇ ਅਸਾਰਰ ਪੀਰ ਅਬਦੁਲ ਕਾਦਰ ਜਿਲਾਲੀ ਇਹ ਰਚਨਾਵਾਂ ਵੀ ਲਿਖੀਆਂ ਸੀ, ਜੋ ਕਿ ਸਾਹਿਤਕ ਦ੍ਰਿਸ਼ਟੀਕੋਣ ਤੋਂ ਮਹੱਤਵ ਨਹੀਂ ਰੱਖਦੀਆਂ। ਸੋ ਇਸ ਕਰਕੇ ਇਹਨਾਂ ਨੂੰ ਇਸ ਦੇ ਵਿੱਚ ਇੰਪੋਰਟੈਂਸ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਸਰ ਰਿਚਰਡ ਟੈਂਪਲ ਸੀਗਾ, ਉਸਨੇ ਸੱਸੀ ਪੁੰਨੂ ਦਾ ਜਿਹੜਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਾਇਆ ਸੀਗਾ। ਸੋ ਇਹ ਲਿਖਿਆ ਗਿਆ ਸੀ ਹਾਸ਼ਮ ਸ਼ਾਹ ਦੁਆਰਾ ਔਰ ਇਸ ਨੂੰ ਟਰਾਂਸਲੇਟ ਕੀਤਾ ਗਿਆ ਸੀ, ਅਨੁਵਾਦ ਕੀਤਾ ਗਿਆ ਸੀਗਾ ਸਰ ਰਿਚਰਡ ਟੈਂਪਲ ਦੇ ਅਨੁਸਾਰ। ਸੋ ਹਾਸ਼ਮ ਦੀਆਂ ਕੁਝ ਹੋਰ ਜਿਹੜੀਆਂ ਰਚਨਾਵਾਂ ਨੇ, ਜਿਸ ਦੇ ਵਿੱਚ ਸੱਸੀ ਪੁੰਨੂ, ਸੋਹਣੀ ਮਹੀਵਾਲ, ਸ਼ੀਰੀ ਫਰਿਆਦ, ਹੀਰ ਰਾਂਝਾ, ਦੋੜੇ, ਸ਼ਰੀਫੀਆਂ, ਡਿਊਡਾ, ਬਾਰਾਮਾਹ, ਲੈਲਾ ਮਜਨੂ, ਇਹ ਰਚਨਾਵਾਂ ਦੀਆਂ ਪ੍ਰਮੁੱਖ ਨੇ, ਜੋ ਕਿ ਉਹਨਾਂ ਨੇ ਇਸ ਸਮੇਂ ਦੇ ਦੌਰਾਨ ਹੈ ਨਾ ਸਾਰੀਆਂ ਦੀਆਂ ਸਾਰੀਆਂ ਕ੍ਰੀਏਟ ਕੀਤੀਆਂ ਨੇ। ਸੋ ਉਹਨਾਂ ਦੇ ਅਕੋਰਡਿੰਗ ਸੱਸੀ ਦਾ ਜਿਹੜਾ ਸ਼ਹਿਰ ਆ ਉਹ ਭਬੋਰ ਸੀਗਾ, ਠੀਕ ਹੈ, ਔਰ ਪੁੰਨੂ ਦਾ ਸ਼ਹਿਰ ਜਿਹੜਾ ਉਹ ਕੇਚਮ ਸੀਗਾ। ਪੁੰਨੂ ਦੇ ਪਿਤਾ ਦਾ ਨਾਮ ਹੋਤ ਅਲੀ ਸੀਗਾ ਅਤੇ ਹਾਸ਼ਮ ਸ਼ਾਹ ਨੂੰ ਸੱਸੀ ਪੁੰਨੂ ਤੋਂ ਇਲਾਵਾ ਦੋੜੇ ਲਿਖਣ ਦੀ ਜਿਹੜੀ ਪ੍ਰਸਿੱਧੀ ਹੈ ਉਹ ਵੀ ਮਿਲੀ ਹੋਈ ਹੈ, ਯਾਨੀ ਕਿ ਉਹਨਾਂ ਨੇ ਦੋੜੇ ਦੇ ਉੱਪਰ ਵੀ ਜਿਹੜਾ ਹੈ ਕੰਮ ਕੀਤਾ ਹੈ, ਮੀਨਸ ਰਚਨਾ ਜਿਹੜੀਆਂ ਉਹ ਲਿਖੀਆਂ ਹੋਈਆਂ ਨੇ ਗੀਆਂ। ਹਾਸ਼ਮ ਦੇ ਦੋੜਿਆਂ ਨੂੰ ਦਰਿਆਈ ਹਕੀਕਤ ਕਿਹਾ ਜਾਂਦਾ ਹੈ। ਸੋ ਇੰਪੋਰਟੈਂਟ ਹੈ ਕਿ ਦਰਿਆਈ ਹਕੀਕਤ ਕਿਸ ਦੇ ਦੋੜਿਆਂ ਨੂੰ ਕਿਹਾ ਜਾਂਦਾ ਹੈ, ਤਾਂ ਹਾਸ਼ਮ ਸ਼ਾਹ ਦੇ ਦੋੜੇ ਜਿਹੜੇ ਨੇ ਉਹਨਾਂ ਨੂੰ ਦਰਿਆਈ ਹਕੀਕਤ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਓਕੇ, ਸੋ ਰਣਜੀਤ ਸਿੰਘ ਦੇ ਨਾਲ ਸੰਬੰਧ, ਸੋ ਵੈਸੇ ਬਹੁਤ ਸਾਰੇ ਇਸ ਦੇ ਨਾਲ ਸਹਿਮਤ ਨਹੀਂ ਹੈ, ਬਟ ਹੈ ਨਾ ਜੋ ਕੁਝ ਸਹਿਮਤ ਹੈਗੇ ਨੇ ਉਹਨਾਂ ਨੇ ਦੱਸਿਆ ਹੈ ਕਿ ਰਣਜੀਤ ਸਿੰਘ ਦੇ ਨਾਲ ਹਾਸ਼ਮ ਸ਼ਾਹ ਦੇ ਜਿਹੜੇ ਉਹ ਗੂੜੇ ਸੰਬੰਧ ਸੀਗੇ ਔਰ ਮਹਾਰਾਜਾ ਨੇ ਜਿਹੜੇ ਹਾਸ਼ਮ ਸ਼ਾਹ ਨੂੰ ਜ਼ਗੀਰ ਵੀ ਦਿੱਤੀ ਹੋਈ ਸੀਗੀ, ਜਿੱਥੇ ਹੈ ਨਾ ਉਹਨਾਂ ਨੇ ਆਪਣੀ ਜਿਹੜੀ ਕਹਿ ਸਕਦੇ ਹਾਂ ਸਟੈਬਲਿਸ਼ਮੈਂਟ ਕੀਤੀ ਹੋਈ ਸੀ। ਔਰ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਪ੍ਰਮੁੱਖ ਕਵੀਆਂ ਦੇ ਵਿੱਚ ਨਾਮ ਸੀਗਾ ਹਾਸ਼ਮ ਸ਼ਾਹ ਦਾ। ਪਰ ਵਰਤਮਾਨ ਸਮੇਂ ਦੇ ਜਿਹੜੇ ਖੋਜਕਰਤਾ ਨੇ ਉਹ ਇਸ ਚੀਜ਼ ਨੂੰ ਮੰਨਦੇ ਨਹੀਂ ਹੈ ਕਿ ਉਹਨਾਂ ਨੇ ਹੈ ਨਾ ਇਸ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੰਮ ਕੀਤਾ ਜਾਂ ਉਹਨਾਂ ਦੇ ਦਰਬਾਰ ਦੇ ਵਿੱਚ ਕਵੀ ਰਹੇ ਹੈਗੇ ਨੇ। ਬਟ ਕੁਛ ਕਹਿੰਦੇ ਹੈਗੇ ਨੇ ਹੈ ਨਾ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਉਸ ਪਾਸੋਂ ਸ਼ੌਂਕ ਦੇ ਨਾਲ ਡਿਊਡ ਜਿਹੜਾ ਉਹ ਸੁਣਦੇ ਹੁੰਦੇ ਸੀਗੇ। ਸੋ ਇਹ ਮੰਨਿਆ ਜਾਂਦਾ ਹੈਗਾ ਹੈ ਨਾ। ਸੋ ਉਹਨਾਂ ਨੂੰ ਸੁਣਾਉਣ ਵਾਲਾ ਜਿਹੜਾ ਡਿਊਡ ਸੀਗਾ ਉਹਨਾਂ ਦੇ ਵਿੱਚ ਸੀ ਕਮਲ ਸ਼ੌਕ ਮਾਹੀ ਦਾ ਮੈਨੂੰ ਰਹੇ ਜਿਗਰ ਵਿੱਚ ਵਸਦਾ, ਲੂੰ ਰਸਦਾ ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦੱਸਦਾ, ਉੱਠ ਉੱਠ ਨੱਸਦਾ, ਜਿਉਂ ਜੋ ਹਾਲ ਸੁਣਾਵਾਂ ਰੋਵਾਂ, ਉਹ ਵੇਖ ਤੱਤੀ ਵੱਲ ਹੱਸਦਾ, ਜਰਾ ਨਾ ਖਸਦਾ, ਹਾਸਮ ਕੰਮ ਨਹੀਂ ਕਰ ਹਰ ਕਸ ਦਾ, ਆਸ਼ਕ ਹੋਣ ਦੱਸਦਾ, ਬਿਰਹੋ ਦਾ ਰਸ। ਸੋ ਇਹ ਜਿਹੜੇ ਸ਼ਬਦ ਸੀ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਡਿਊਡ ਉਹ ਸੁਣਾਇਆ ਜਾਂਦਾ ਸੀ, ਉਸ ਦਾ ਜ਼ਿਕਰ ਹੈ। ਸੋ ਇਹ ਸਬੂਤ ਹੈ ਕਿ ਇਹ ਉਹਨਾਂ ਨੂੰ ਸੁਣਾਇਆ ਜਾਂਦਾ ਸੀਗਾ। ਓਕੇ, ਸੋ ਹਾਸਮ ਦਾ ਜਿਹੜਾ ਪਿਤਾ ਸੀ ਉਹ ਤਰਖਾਣ ਦਾ ਕੰਮ ਕਰਦਾ ਸੀਗਾ, ਲੱਕੜ ਦਾ ਜਿਹੜਾ ਕੰਮ ਕਰਦਾ ਸੀ, ਯਾਨੀ ਕਿ ਤਰਖਾਣ ਸੀ ਹੈ ਨਾ। ਔਰ ਹਾਸਮ ਜਿਹੜਾ ਉਹ ਚੰਗੀ ਸੁਰ ਦੇ ਵਿੱਚ ਗਾਇਆ ਵੀ ਕਰਦਾ ਹੁੰਦਾ ਸੀ, ਯਾਨੀ ਕਿ ਜੇ ਉਸ ਨੂੰ ਗੁਣ ਜਿਹੜਾ ਉਸ ਦੇ ਵਿੱਚ ਗੁਣ ਸੀਗਾ ਗਾਉਣ ਦਾ ਉਹ ਵੀ ਉਸ ਦੇ ਵਿੱਚ ਸੀ। ਸੋ ਯਾਨੀ ਕਿ ਉੱਚੀ ਉੱਚੀ ਹੋਣ ਸੁਰ ਦੇ ਵਿੱਚ ਇਹਨਾਂ ਨੂੰ ਗਾ ਵੀ ਲੈਂਦਾ ਹੁੰਦਾ ਸੀਗਾ। ਔਰ ਉਹਨਾਂ ਦੇ ਕਿੱਸਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪ੍ਰਸਿੱਧ ਜਿਹੜਾ ਕਿੱਸਾ ਮੰਨਿਆ ਜਾਂਦਾ ਹੈ ਜਿਸ ਦੇ ਕਾਰਨ ਉਹਨਾਂ ਨੂੰ ਪ੍ਰਸਿੱਧੀ ਮਿਲੀ ਹੈ ਉਹ ਸੱਸੀ ਪੁੰਨੂ ਦਾ ਜਿਹੜਾ ਕਿੱਸਾ ਸੀਗਾ। ਠੀਕ ਹੈ, ਔਰ ਇਸ ਤੋਂ ਬਿਨਾਂ ਉਹਨਾਂ ਨੇ ਉਰਦੂ ਅਤੇ ਹਿੰਦੀ ਅਤੇ ਫਾਰਸੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਰਚਨਾਵਾਂ ਲਿਖੀਆਂ ਨੇ ਜੋ ਆਪਾਂ ਪਹਿਲਾਂ ਜ਼ਿਕਰ ਕੀਤੀ ਸੀਗੀ। ਔਰ ਹਾਸ਼ਮ ਸ਼ਾਹ ਦੇ ਕਿੱਸੇ ਦੇ ਸ਼ੀਰੀ ਫਰਿਆਦ ਦੇ ਕਿੱਸੇ ਨੂੰ ਪ੍ਰੋਫੈਸਰ ਸੇਖੋਂ ਸਿੰਘ ਨੇ ਸੰਤ ਸਿੰਘ ਸੇਖੋਂ ਨੇ ਹਾਸ਼ਮ ਦੀ ਸਭ ਤੋਂ ਮੁਕੰਮਲ ਅਤੇ ਸੁਲਝੀ ਹੋਈ ਰਚਨਾ ਜਿਹੜਾ ਉਹ ਆਖਿਆ ਹੋਇਆ ਹੈਗਾ ਸ਼ੀਰੀ ਫਰਿਆਦ ਨੂੰ। ਵਿਰਹਾ ਦਾ ਵਰਣਨ ਜਿਹੜਾ ਉਹ ਬੜਾ ਖੋਲ੍ਹ ਕੇ ਪੇਸ਼ ਕੀਤਾ ਗਿਆ ਹੈ ਇਸ ਰਚਨਾ ਦੇ ਵਿੱਚ, ਸ਼ੀਰੀ ਫਰਿਆਦ ਦੇ ਵਿੱਚ। ਔਰ ਇਸ ਕਿੱਸੇ ਦੀਆਂ ਕਈ ਸਤਰਾਂ ਅਖਾਣਾਂ ਹੋਰ ਨਿਬੜਦੀਆਂ ਨੇ, ਯਾਨੀ ਕਿ ਅਖਾਣਾਂ ਦੇ ਵਿੱਚ ਤਬਦੀਲ ਹੋ ਗਈਆਂ ਨੇਗੀਆਂ ਜੋ ਕਿ ਇਸ ਕਿੱਸੇ ਦੇ ਵਿੱਚ ਵਰਤੀਆਂ ਗਈਆਂ ਨੇ। ਕਿਹੜੀਆਂ ਨੇ? ਸੋ ਪਹਿਲਾ ਹੈ ਇਸ਼ਕ ਛੁਪਾਇਆ ਸ਼ੁਬਦਾ ਨਹੀਂ, ਭਾ ਨਹੀਂ ਛਿਪਦੀ ਕੱਖੀ, ਘਾਹ ਹੋਣੀ ਚਾਹੀਦੀ ਸੀ ਨਾ, ਸੋ ਘਾਹ ਜਿਹੜਾ ਉਹ ਨਾ ਛਿਪਦੀ ਕੱਖੀ, ਜੇ ਲੱਖ ਵਰਿਆ ਰਹੇ ਹਜਾਤੀ ਉੜਖ ਦਿਨ ਮਰਨਾ,
और एक दिन मरना, आशिक बनना, सूली चढ़ना, ना ही कार सुखाली। सो ये ਜਿਹੜੇ ਹੈ ਨਾ ਪਹਿਲਾਂ ਉਹਨਾਂ ਦੇ ਹਾਲਾਂਕਿ ਇਹ ਕਿੱਸੇ ਦੇ ਪਾਰਟ ਸੀਗੇ, ਬਟ ਇਸ ਨੂੰ ਵਰਤਮਾਨ ਸਮੇਂ ਜਿਹੜਾ ਹੈ ਖਾਨਾ ਦੇ ਰੂਪ ਦੇ ਵਿੱਚ ਵਰਤ ਲਿਆ ਜਾਂਦਾ ਹੈ। ਇਹ 17 ਜਿਹੜੀਆਂ ਨੇ ਇਸਤੇਮਾਲ ਕੀਤੀਆਂ ਗਈਆਂ ਸੀਗੀਆਂ ਹਾਸ਼ਮ ਸ਼ਾਹ ਦੇ ਦੁਆਰਾ ਸ਼ੀਰੀ ਫਰਿਆਦ ਕਿੱਸੇ ਦੇ ਵਿੱਚ, ਬਟ ਇਹਨਾਂ ਨੂੰ ਅਖਾਨਾਂ ਦੇ ਵਿੱਚ ਤਬਦੀਲ ਜਿਹੜਾ ਹੈ ਉਹ ਕਰ ਦਿੱਤਾ ਹੈ। ਸ਼ੀਰੀ ਫਰਿਆਦ ਜਿਹੜਾ ਕਿੱਸੇ ਦੇ ਵਿੱਚ ਸੱਸੀ ਪੁੰਨੂ ਜਿੰਨਾ ਰਸ ਅਤੇ ਸੱਚ ਜਿਹੜਾ ਉਹ ਨਹੀਂ ਮਿਲਦਾ ਹੈਗਾ ਗਾ। ਸੋ ਇਸ ਦੀ ਭਾਸ਼ਾ ਜਿਹੜੀ ਹੈ ਉਹ ਫਾਰਸੀ ਵਿੱਚ ज़्यादा कह सकते हैं जोर दिता गया है, यानी कि फारसी भाषा ਨੂੰ ज़्यादा इस ਦੇ अपनाया गया हैगा। किस्सा सोहनी महिवाल का आकार जिहड़ा है वो सस्सी पुन्नी दे नालों कुछ वड्डा है तो बयान दे विच बड़ी संखेपता जिहड़ी है वो इस दे विच सानूं नज़र आउंदी हैगी है। हाशम ने हीर रांझे की प्रीत कथा नूं शीर रफ़ी दे विच जिहड़ा लिखिया होया है। सो हीर रांझे का जिहड़ा किस्सा उस नूं शीर रफ़ियां दे विच उन्होंने लिखिया होया है हाशम ने। ये रचना हाशम शाह ने बैंत छंद दे विच कीती हैगी है कि हीर रांझे दी, और वारिश ने हीर रांझे दी प्यार कहानी विस्तार दे नाल लिखी हुई है, और हाशम ने संखेप दे विच इसनूं लिखिया हैगा। ओके, पर हाशम ने संजतमता दे नाल बयान करके इसनूं शरीफियां दे विच ही मुका दिता, शरीफियां दे विच। ठीक है, नैक्सट है सर्वोत्तम रचना इन्हां दी। सो हाशम शाह की सब तो प्रसिद्ध जिहड़ा किस्सा वो सस्सी पुन्नू ही मन्निया जाता है, जिसनों सब तो वध जिहड़ा है ना स्थान मिलता है। सो इस तो इलावा बाबा बुद्ध सिंह ने इन्हां दे बारे आख्या है कि हाशम शाह ने सस्सी कादी आखी, घर घर बिरहा दा मता ला दिता। सो ये उन्हां दी है ना प्रसिद्धि का ही कारण सी। इस तो इलावा कावी गुण उन्हां दे विच किहड़े सी? सो हाशम संजम दा ते संकोच दा माहिर कवि मन्निया जांदा सी। उस दे विच संजम सीगा, संकोच सी, जिहनूं वरतदे होए ओह अपणीਆਂ ਜਿਹੜੀਆਂ रचनावां ने उन्हां नूं क्रिएट करदा सी। हाशम शाह के विषय के संकोच है अते बोली के भी है ना संकोच है। सो इस चीज़ को वरतते ही उन्होंने इन्हां चीज़ों को जिहड़ा लिखिया सी, और इसकी एक एग्जाम्पल मिलती है। सो इस दे विच है रात पई बह पाश नूं दे, जीभ मिठी दिल काले, होत पन्नू नूं मौत ससी दे, भर भर देन प्याले। सो है ना ये जी तुक है बहुत कुछ एक्सप्लेन करती हैगी जिस दे थ्रू है ना दस्सिया जाता है बहुत कुछ, बट इस दे विच उन्होंने संजम के थ्रू, संकोच के थ्रू, घट शब्दों के विच वध चीज़ां जिहड़ी कहण दी कला नूं पेश किया हैगा। ओके, सो ये उन्होंने जिहड़ी काव्य शैली है, और इसी कारण करके ही वो संखेपता दे विच लिखदे होए डूंघाई नूं पेश करता है। विस्तार दे विच नहीं हुंदी, बट थोड़े जिहे शब्दों के विच बहुत वड्डी जिहड़ी गल आ वो कह दिंदे हैगे ने कि। सो उन्हां दी है ना एक होर जिहड़ी एग्जाम्पल मिलती हैगी जिसनूं लैके संपेखता नूं लैके है कोई हाशम हुसन प्रीत ना पुछदे, फराग होण हिसाब, हाशम न्यों असील कमामन होण गवाह की जाने। सो ये भी उन्हां दी एक सत्र है। तो हाशम जिहड़ा वो अपने तीव्र ते तिखे भावां दे प्रगटा दे लई भिन्न भिन्न प्रकार दे जिहड़े अलंकारां दी सुचुजी सही तरीके दे नाल जिहड़ी ओह वरतों करदे सीगे, और उस दे अलंकार सृजना दे उपर उर्दू फारसी दीयां परंपरावां दा जिहड़ा काफ़ी प्रभाव आ ओह देखण नूं मिलदा सीगा। ओके, सो उसकी रचना दे विच रूपक, उपमावां, भाव चित्र, शब्द चित्र, अतकथनी, अनुप्रास, ये अलंकार दे जिहड़े ओह देखण नूं मिलदे हैगे नेगे। सो इन्हां दी एग्जाम्पल है कि सूरज आख नहीं ये जल्दी दिख दिखा आसमानी, देख दिखा आसमानी, जे लख पा संदूक छपाइए आवे मुश्क गुलाबां, मारू रेत तपे विच थल दे, जौं जौं भुन्नण पठैरे, सूरज भज वड़िया विच बदली, डरदा लिश्क ना मारे, सूरज भी नहीं पिया होना एक पल उस दिन जिहा, हाशम दाग पिया गुल गाले गुल लाले, देख ससी लब लाली, रिया राण गिराह सताबी, छंदा सुटा प्रवाहो। सो इन्हां दे विच अगर तुकां दे विच रीडिंग दे विच कुछ मिसटेक होगी तो माफ़ी चाहना, क्योंकि बाद दे विच कमेंट आउंदे कि तुहाड़ियां ये लाइन्स जिहड़ियां ओह सही नहीं सी ना, सो उस लई माफ़ी चाहांगा। सो ये जिहड़ियां तुकां सी जिहड़ियां उन्हां दे दुबारा इस्तेमाल कीतियां गईयां सी। इस तो इलावा उन्हां दे रूपक पक्ष की गल करिए तो हाशम शाह ने अपनी रचनावां दे विच बहुत ही ज़्यादा जिहड़ा ओह दवैये की वरतों की है, ज़्यादा उन्होंने दवैये के उपर जोर दिता है। तुकांत की वरतों के लिए हाशम शाह ने काफ़ी खुल का जिहड़ा इस्तेमाल किया, यानी कि खुल रूप दे विच जिहड़ा उसनूं लिखण की कोशिश की है। चिचलानी की तुकांत नूं आसमानी दे नाल अते पराई दे तुकांत नूं बादशाह दे नाल उन्होंने मिला दिता सीगा, इन्हां चीज़ों का इस्तेमाल करते हुए। उसने शीरी फरियाद, सस्सी पुन्नू ते सोहनी महिवाल के किस्से चों चौकलाई दवैये दे विचों जिहड़ा लिखे हैगे ने चौकलीए। ओके, सो बोली, सो उन्होंने दोबारा किहड़ी बोली का इस्तेमाल किया गया है? सो उन्होंने दोबारा बोली ठेठ ते मुहावरेदार जिहड़ी बोली है उसका इस्तेमाल किया गया है इन्हां रचनावां दे विच, पर उन्होंने उपर उर्दू, फारसी, हिंदी का जिहड़ा वो काफ़ी ज़्यादा प्रभाव देखने को मिलता है, जिन्होंने उपर ज़्यादा उन्होंने फोकस किया है। सो उन्हां दीयां रचनावां दीयां किहड़ियां बोलियां सी, और उन्होंने कुछ शब्द इस दे विच इनकलूड किए गए हैं। सो फारसी भाषा के शब्द सीगे जिस दे विच जहाँ अफजा, दरगासां,
ਤਰਖਾਸ਼ਾਂ, ਹਿਜਾਬ, ਮਹਿਬੂਬ, ਜ਼ੁਲਫ, ਹਿਜ਼ਰ, ਆਦੇਸ਼ਾ। ਸੋ ਇਹ ਫਾਰਸੀ ਭਾਸ਼ਾ ਦੇ ਸ਼ਬਦ ਨੇ ਜੋ ਕਿ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਹਿੰਦੀ ਭਾਸ਼ਾ ਦੇ ਸ਼ਬਦ ਜਨਮ, ਕਰਮ, ਤਾਪ, ਪਿਰਮ, ਪ੍ਰੇਮ, ਦੁਧਾਰੀ, ਪੁਨਾਣੂ, ਧੁੰਦ, ਸੁਧ, ਕਾਜ ਇਹ ਸ਼ਬਦ ਹਿੰਦੀ ਨੇ ਜੋ ਕਿ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਇਸਤੇਮਾਲ ਕੀਤੇ ਨੇ। ਇਸ ਤੋਂ ਇਲਾਵਾ ਲਹਿੰਦੀ ਦੇ ਸ਼ਬਦ ਵੀ ਨੇ ਜਿਸ ਦੇ ਵਿੱਚ ਉੜਕ, ਪੈਸੀ, ਕਮਾਵਣ, ਕਿਚਰਕ, ਚਾਇਆ, ਟੁਰਿਆ, ਵਿਸਰੀ ਇਹ ਸ਼ਬਦ ਜਿਹੜੇ ਨੇ ਇਹ ਲਹਿੰਦੀ ਭਾਸ਼ਾ ਦੇ ਸ਼ਬਦ ਨੇ ਜੋ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਇਸਤੇਮਾਲ ਕੀਤੇ ਨੇ। ਉਰਦੂ ਭਾਸ਼ਾ ਦੇ ਸ਼ਬਦ ਨੇ ਬਾਤ, ਘਾਟ, ਨਾਮ, ਰਾਹੀ, ਉੱਪਰ, ਬਹਸ, ਮੂਰਤ, ਬੇਗਾਨੇ ਇਹ ਸ਼ਬਦ ਉਰਦੂ ਭਾਸ਼ਾ ਦੇ ਸੀਗੇ ਜੋ ਕਿ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਇਸਤੇਮਾਲ ਕੀਤੇ ਨੇ। ਸੋ ਇਹ ਕੁਝ ਮੋਟੇ-ਮੋਟੇ ਸ਼ਬਦ ਜਿਹੜੇ ਇਨਕਲੂਡ ਕੀਤੇ ਸੀ। ਸੋ ਹੋ ਸਕਦਾ ਕਿ ਕਈ ਵਾਰ ਇਹਨਾਂ ਦੇ ਵਿੱਚੋਂ ਵੀ ਕੋਈ ਕੁਐਸਚਨ ਆ ਜਾਂਦਾ ਹੁੰਦਾ ਹੈ। ਔਰ ਹਾਸ਼ਮ ਸ਼ਾਹ ਜਿਹੜੇ ਉਹ ਇੱਕ ਸਮਾਜਿਕ ਤੌਰ ਦੇ ਉੱਪਰ ਚੇਤਨ ਸੀਗੇ ਔਰ ਇਸੇ ਕਾਰਨ ਕਰਕੇ ਹੀ ਉਹਨਾਂ ਨੂੰ ਇੱਕ ਚੇਤਨ ਕਵੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਉਹ ਸਮਾਜ ਦੇ ਵਿੱਚ ਪੈਦਾ ਹੋਈਆਂ ਗਿਰਾਵਟਾਂ ਤੋਂ ਚੰਗੀ ਤਰ੍ਹਾਂ ਜਿਹੜਾ ਜਾਣੂ ਸੀ, ਜਿਸ ਨੂੰ ਧਿਆਨ ਦੇ ਵਿੱਚ ਲਿਖਦੇ ਹੋਏ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਉਹ ਲਿਖਦੇ ਹੁੰਦੇ ਸੀ। ਸੋ ਉਹਨਾਂ ਦੀ ਐਗਜ਼ਾਮਪਲ ਹੈ ਇੱਥੇ ਕਿ ਆਦਮੀਆਂ ਦੀ ਸੂਰਤ ਦਿਸਦੀ, ਰਾਖਸ਼ ਆਦਮ ਖੋਰੇ, ਜ਼ਾਲਮ ਚੋਰ ਪਦ ਸਨਾਹੀ, ਖੌਫ ਖੁਦਾਓ ਕਰੇ। ਸੋ ਇਹ ਜਿਹੜੀ ਹੈ ਨਾ ਮਤਲਬ ਉਹਨਾਂ ਨੇ ਲਿਖੀ ਰਚਨਾ ਕਿ ਸਮਾਜ ਦੀ ਗਿਰਾਵਟ ਨੂੰ ਜਿਹੜਾ ਹੈ ਪੇਸ਼ ਕੀਤਾ ਹੈ ਕਿ ਕਿਸ ਦੇ ਨਾਲ ਰਾਖਸ਼ ਜਿਹੜੇ ਉਹ ਬਣੇ ਹੋਏ ਨੇ ਆਦਮ ਹਨ। ਸੋ ਉਹਨਾਂ ਬਾਰੇ ਜ਼ਿਕਰ ਕੀਤਾ ਹੈ। ਮੀਨਸ ਕਿ ਉਹ ਸਮਾਜ ਨੂੰ, ਸੋਸਾਇਟੀ ਨੂੰ ਸਮਝਦੇ ਹੋਏ ਵੀ ਬਹੁਤ ਸਾਰੀਆਂ ਰਚਨਾਵਾਂ ਲਿਖਦੇ ਸੀ। ਸੋ ਇਸੇ ਆਧਾਰ ਦੇ ਉੱਪਰ ਹੀ ਇਸ ਕਿੱਸਾਕਾਰ ਨੂੰ ਇੱਕ ਚੇਤਨ ਕਵੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜਾਣੀ ਕਿ ਚੇਤਨ ਸੀਗਾ, ਐਕਟਿਵ ਸੀਗਾ ਉਸ ਮਾਮਲੇ ਦੇ ਵਿੱਚ ਵੀ। ਉਹ ਦੋੜਿਆਂ ਦੇ ਵਿੱਚ ਸਧਾਰਨ ਸੂਫੀ ਵਿਚਾਰਾਂ ਨੂੰ ਵੀ ਪੇਸ਼ ਕੀਤਾ ਗਿਆ ਹੈ, ਜਿਵੇਂ ਕਿ ਸੂਫੀਆਂ ਦੀ ਨਾਸ਼ਵਾਨਤਾ ਹੋ ਗਈ, ਮੁਰਸ਼ਿਦ ਭਗਤੀ ਹੋ ਗਈ, ਨਫਸ ਨੂੰ ਮਾਰਨਾ ਅਤੇ ਇਸ਼ਕ ਦਾ ਸਰੂਪ ਜਿਹੜਾ ਹੈ ਇਹਨਾਂ ਨੂੰ ਪੇਸ਼ ਕੀਤਾ ਹੈ ਉਹਨਾਂ ਨੇ ਇਸ ਰਚਨਾਵਾਂ ਦੇ ਵਿੱਚ। ਜਿਵੇਂ ਕਿ ਐਗਜ਼ਾਮਪਲ ਹੈ, ਜਿਸ ਦਿਲ ਚਿਨਿੰਗ ਥੁਬਿਰੋ ਦੀ ਪਈ ਉਸ ਨਾਲ ਲਹੂ ਮੁਖ ਧੋਤਾ, ਸਮਾਂ ਜਮਾਲ ਡਿੱਢਾ ਪਰਵਾਨੇ ਅਣਸਾਨ ਸ਼ਹੀਦ ਖਲੋਤਾ, ਚਾਹ ਮਨਸੂਰ ਹੋਇਆ ਮਦ ਮਾਤਾ ਤਦ ਸੂਲੀ ਨਾਲ ਪਰੋਤਾ, ਹਾਸਮ ਇਸ਼ਕ ਅਜਿਹਾ ਮਿਲਦਾ ਜਿਨ ਦੀਨ ਮਜ਼ਹਬ ਸਭ ਤੋਤਾ। ਸੋ ਇਹ ਸ਼ਬਦ ਜਿਹੜੇ ਹਨ ਉਹਨਾਂ ਦੇ ਦੁਆਰਾ ਲਿਖੇ ਗਏ ਨੇਗੇ। ਸੋ ਇਸ ਤੋਂ ਇਲਾਵਾ ਰਚਨਾਵਾਂ, ਸੋ ਹਾਸ਼ਮ ਦੀਆਂ ਜਿਹੜੀਆਂ ਪੰਜਾਬੀ ਦੇ ਵਿੱਚ ਰਚਨਾਵਾਂ ਮਿਲਦੀਆਂ ਨੇ, ਹੀਰ ਰਾਂਝੇ ਦੀ ਬਿਰਤੀ, ਕਿੱਸਾ ਸੋਹਣਾ ਮਹੀਵਾਲ ਦਾ, ਕਿੱਸਾ ਸੱਸੀ ਪੁੰਨੂ ਦਾ, ਕਿੱਸਾ ਮਹਿਮੂਦ ਸ਼ਾਹ ਗਜ਼ਨਵੀ ਦਾ ਔਰ ਸ਼ੀਰੀ ਫਰਿਆਦ ਦੀ ਵਾਰਤਾ ਇਹਨਾਂ ਰਚਨਾਵਾਂ ਨੂੰ ਜਿਹੜਾ ਉਹਨਾਂ ਨੇ ਲਿਖਿਆ ਹੈ। ਔਰ ਇਸ ਤੋਂ ਇਲਾਵਾ ਦੋੜੇ ਹੋ ਗਏ, ਡਿਊਟੀ ਹੋ ਗਏ, ਕਾਂਜੇ ਅਸਰਾਗਿਰ ਹੋ ਗਏ ਅਤੇ ਸ਼ਰੀਫੀਆਂ ਇਹਨਾਂ ਦੀ ਰਚਨਾ ਵੀ ਜਿਹੜੀ ਹੈ ਉਹ ਹਾਸ਼ਮ ਸ਼ਾਹ ਨੇ ਕੀਤੀ ਹੈਗੀ ਆ। ਸੋ ਇਹ ਸਾਰੀਆਂ ਹੀ ਇੰਪੋਰਟੈਂਟ ਨੇ। ਔਰ ਪੰਜਾਬੀ ਤੋਂ ਛੋਟਾ ਉਹਨਾਂ ਨੇ ਹਿੰਦੀ ਦੇ ਵਿੱਚ ਸ਼ਲੋਕ, ਚਿੰਤਾ ਹਰ, ਟੀਕਾ ਪੰਜ ਗ੍ਰੰਥੀ ਦੇ ਉੱਪਰ ਵੀ ਜਿਹੜਾ ਹੈ ਨਾ ਲਿਖੇ ਹੈਗੇ ਅਤੇ ਫਾਰਸੀ ਦੇ ਵਿੱਚ ਦੀਵਾਨ ਵੀ ਜਿਹੜੇ ਹੈ ਉਹਨਾਂ ਦੇ ਦੁਆਰਾ ਰਚੇ ਗਏ ਹੈਗੇ ਨੇਗੇ। ਓਕੇ, ਸੋ ਹਾਸ਼ਮ ਸ਼ਾਹ ਦੇ ਕੁਝ ਪ੍ਰਮੁੱਖ ਦੋੜੇ ਜਿਹੜੇ ਆ ਉਹ ਇਨਕਲੂਡ ਕੀਤੇ ਗਏ ਨੇ। ਆਸ਼ਕ ਜੇੜ ਬੇਅਕਲ ਨਾ ਕੋਈ, ਦੂਸਰਾ ਹੈ ਦਿਲਬਰ ਯਾਰ ਨਾ ਕਰ ਅਲਗਰਜੀ, ਤੀਸਰਾ ਹੈ ਭੁਲਾ ਇਸ਼ਕ ਗਿਆ ਜਿਸ ਵੇੜੇ, ਚੌਥਾ ਹੈ ਮੈਂ ਵਿੱਚ ਤੈਂ ਵਿੱਚ ਸਾਹਿਬ ਮੇਰੇ, ਪੰਜਵਾਂ ਹੈ ਵੇਦ ਕਿਤਾਬੇ ਪੜ੍ਹਨ ਚੁਤਰਾਈ। ਸੋ ਇਹ ਹਾਸ਼ਮ ਸ਼ਾਹ ਦੇ ਦੌੜੇ ਨੇ ਜਿਹੜੇ ਕਿ ਉਹਨਾਂ ਦੇ ਦੁਆਰਾ ਲਿਖੇ ਗਏ ਨੇਗੇ ਔਰ ਕਾਫੀ ਕੁਝ ਜਿਹੜਾ ਐਕਸਪਲੇਨ ਕਰਦੇ ਹੈਗੇ ਨੇ। ਠੀਕ ਹੈ, ਸੋ ਇਹ ਸੀ ਅੱਜ ਦਾ ਟੌਪਿਕ ਜਿਸ ਦੇ ਵਿੱਚ ਹਾਸ਼ਮ ਸ਼ਾਹ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਐਡ ਕੀਤੀ ਗਈ ਹੈ। ਸੋ ਇਹ ਪਹਿਲਾਂ ਆਪਾਂ ਜਿਹੜੀਆਂ ਥਿਊਰੀਜ਼ ਕੰਪਲੀਟ ਕਰਾਂਗੇ, ਉਸ ਤੋਂ ਬਾਅਦ MCQ ਜਿਹੜੇ ਸ਼ੁਰੂ ਕਰਾਂਗੇ। ਸੋ ਉਮੀਦ ਕਰਦਾ ਹਾਂ ਕਿ ਇਹ ਜਿਹੜੀ ਪਲੈਨਿੰਗ ਹੈ ਸਭ ਦੇ ਲਈ ਠੀਕ ਰਹੂਗੀ। ਸੋ ਅਗਰ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਲਾਈਵ ਹੀ ਕਲਾਸ ਹੋਣੀ ਚਾਹੀਦੀ ਤਾਂ ਮੈਂ ਲਾਈਵ ਹੀ ਲਗਾ ਲਵਾਂਗਾ, ਬਟ ਜੇ ਆਪਾਂ ਨੂੰ ਲੱਗਦਾ ਹੈ ਕਿ ਜਲਦੀ ਸਿਲੇਬਸ ਖਤਮ ਕਰਨਾ ਹੈ ਤਾਂ ਕੋਸ਼ਿਸ਼ ਰਹੇ ਕਿ ਆਪਾਂ ਆਫਲਾਈਨ ਜਿਹੜੀਆਂ ਉਹ ਜਲਦੀ ਕਲਾਸਿਸ ਪੂਰੀਆਂ ਕਰ ਲਈਏ, ਹੈ ਨਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।